हिस्ट्री का चैप्टर ਅਸੀਂ ਕਰ ਰਹੇ ਹਾਂ ਦ ਏਜ ਆਫ ਇੰਡਸਟਰੀਅਲਾਈਜੇਸ਼ਨ। ਉਹਦਾ ਹੀ ਨੈਕਸਟ ਸਬ ਟੌਪਿਕ ਅਸੀਂ ਅੱਜ ਪੜਾਂਗੇ 5.1 ਸਮੌਲ ਸਕੇਲ ਇੰਡਸਟਰੀਜ਼ ਪ੍ਰੀਡੋਮੀਨੇਟ, ਕਿ ਕਿਵੇਂ ਅਜੇ ਵੀ ਸਮੌਲ ਸਕੇਲ ਇੰਡਸਟਰੀਜ਼ ਹਿੰਦੁਸਤਾਨ ਦੇ ਵਿੱਚ ਬਹੁਤ ਵੱਡੇ ਨੰਬਰ ਦੇ ਵਿੱਚ ਸੀਗੀਆਂ। ਚਾਹੇ ਕਿ ਹਿੰਦੁਸਤਾਨ ਦੇ ਵਿੱਚ ਹੁਣ ਫੈਕਟਰੀ ਇੰਡਸਟਰੀਜ਼ ਲਗਾ ਲਈਆਂ ਸੀ ਹਿੰਦੁਸਤਾਨੀਆਂ ਨੇ ਖੁਦ, ਲੇਕਿਨ ਅਜੇ ਵੀ ਬਹੁਤ ਸਾਰੀ ਪ੍ਰੋਡਕਸ਼ਨ ਡੋਮੈਸਟਿਕ ਯੂਨਿਟਸ ਦੇ ਵਿੱਚ ਘਰਾਂ ਦੇ ਵਿੱਚ ਹੋ ਰਹੀ ਸੀਗੀ। ਉਹੀ ਅਸੀਂ ਡਿਸਕਸ ਕਰਾਂਗੇ। ਕਹਿੰਦਾ ਵਾਈਲ ਫੈਕਟਰੀ ਇੰਡਸਟਰੀਜ਼ ਗਰੂ ਸਟੈਡਲੀ ਆਫਟਰ ਦਾ ਵਾਰ, ਲਾਰਜ ਇੰਡਸਟਰੀਜ਼ ਫਾਰਮਡ ਓਨਲੀ ਅ ਸਮੌਲ ਸੈਗਮੈਂਟ ਆਫ ਦ ਇਕੋਨਮੀ। ਸੋ ਚਾਹੇ ਕਿ ਫੈਕਟਰੀ ਇੰਡਸਟਰੀਜ਼ ਲੱਗ ਗਈਆਂ ਸੀ ਵਰਲਡ ਵਾਰ 1 ਤੋਂ ਬਾਅਦ ਕਾਫੀ, ਲੇਕਿਨ ਅਜੇ ਵੀ ਛੋਟੀ ਲੈਵਲ ਦੀ ਜਿਹੜੀ ਇੰਡਸਟਰੀ ਸੀ ਉਹ ਸਾਡੀ ਇਕੋਨਮੀ ਦਾ ਇੰਪੋਰਟੈਂਟ ਪਾਰਟ ਸੀ। ਮੋਸਟ ਆਫ them about 67% in 1911 were located in ਬੰਗਾਲ ਐਂਡ ਬੰਬੇ। ਸੋ ਕਹਿ ਰਿਹਾ ਕਿ ਜਿਹੜੀ ਫੈਕਟਰੀ ਇੰਡਸਟਰੀ ਸੀਗੀ ਉਹ ਬਹੁਤ ਘੱਟ ਸੀਗੀ ਔਰ ਛੋਟੇ ਲੈਵਲ ਦੀ ਇੰਡਸਟਰੀ ਜ਼ਿਆਦਾ ਸੀਗੀ। ਫੈਕਟਰੀ ਇੰਡਸਟਰੀ ਜਿਹੜੀ ਹੈ 1911 ਦੀ ਗੱਲ ਕਰ ਰਿਹਾ ਹੈ ਕਿ ਫੈਕਟਰੀ ਇੰਡਸਟਰੀ ਦੇ ਵਿੱਚੋਂ ਟੋਟਲ 67% ਇੰਡਸਟਰੀ ਸਿਰਫ ਬੰਗਾਲ ਅਤੇ ਬੰਬੇ ਦੇ ਵਿੱਚ ਸੀਗੀ। ਬਾਕੀ ਹਿੰਦੁਸਤਾਨ ਦੇ ਵਿੱਚ ਜ਼ਿਆਦਾ ਸਮੌਲ ਸਕੇਲ ਪ੍ਰੋਡਕਸ਼ਨ ਹੋ ਰਹੀ ਸੀਗੀ, ਸਮੌਲ ਸਕੇਲ ਇੰਡਸਟਰੀ ਚੱਲ ਰਹੀ ਸੀਗੀ, ਉਹ ਪ੍ਰੀਡੋਮੀਨੇਟ ਕਰ ਰਹੀ ਸੀਗੀ ਬਾਕੀ ਇੰਡੀਆ ਦੇ ਵਿੱਚ। ਓਨਲੀ ਅ ਸਮਾਲ ਪ੍ਰੋਪੋਰਸ਼ਨ ਆਫ ਦ ਟੋਟਲ ਇੰਡਸਟਰੀਅਲ ਲੇਬਰ ਫੋਰਸ ਵਰਕਡ ਇਨ ਰਜਿਸਟਰਡ ਫੈਕਟਰੀਜ਼। ਸੋ ਫੈਕਟਰੀਜ਼ ਵਿੱਚ ਬਹੁਤ ਹੀ ਘੱਟ ਵਰਕਰ ਕੰਮ ਕਰ ਰਹੇ ਸੀਗੇ, ਜਿਵੇਂ 1911 ਸਿਰਫ 5% ਔਰ 1931 ਦੇ ਸਿਰਫ 10% ਵਰਕਰ ਹੀ ਫੈਕਟਰੀਜ਼ ਦੇ ਵਿੱਚ ਸੀਗੇ, ਬਾਕੀ ਸਮੌਲ ਸਕੇਲ ਇੰਡਸਟਰੀ 'ਚ ਲੱਗੇ ਹੋਏ ਸੀਗੇ। The rest worked in small workshops, household units, often located in alleys and by lanes, invisible to the passers-by। ਜ਼ਿਆਦਾਤਰ ਵਰਕਰ ਸਮੌਲ ਸਕੇਲ ਇੰਡਸਟਰੀ ਦੇ ਵਿੱਚ ਸੀਗੇ। ਸਮੌਲ ਸਕੇਲ ਇੰਡਸਟਰੀ ਗਲੀ ਮੁਹੱਲਿਆਂ 'ਚ ਚੱਲਦੀ ਸੀਗੀ, ਜਿਹਦੇ ਬਾਰੇ ਕਿ ਆਮ ਲੋਕਾਂ ਨੂੰ ਵੀ ਪਤਾ ਨਹੀਂ ਸੀ ਹੁੰਦਾ ਕਿ ਅੰਦਰ ਇੰਡਸਟਰੀ ਚੱਲ ਰਹੀ ਹੈ ਕੋਈ। In fact, in some instances, handicrafts production actually expanded in 20th century. This is true even in the case of handloom sector that we have discussed। ਸੋ ਕੀ ਕਹਿ ਰਿਹਾ ਹੈ ਕਿ ਹੈਂਡੀਕ੍ਰਾਫਟ ਜਿਹੜੀ ਪ੍ਰੋਡਕਸ਼ਨ ਸੀਗੀ ਉਹ 20th ਸੈਂਚਰੀ ਦੇ ਵਿੱਚ 1900 ਔਨਵਰਡ ਕਾਫੀ ਜ਼ਿਆਦਾ ਵਧੀ ਫੁੱਲੀ ਸੀ। ਹੱਥ ਨਾਲ ਚੀਜ਼ਾਂ ਜਿਹੜੀਆਂ ਬਣਦੀਆਂ ਸੀਗੀਆਂ, ਕਹਿੰਦਾ ਖਾਸ ਕਰ ਹੈਂਡਲੂਮ ਸੈਕਟਰ ਦੇ ਵਿੱਚ ਜਿਹੜੇ ਹੱਥ ਨਾਲ ਕੱਪੜਾ ਬਣਾਇਆ ਜਾਂਦਾ ਸੀ ਉਹਦੀ ਕਾਫੀ ਐਕਸਪੈਂਸ਼ਨ ਹੋਈ। ਚਾਹੇ ਕਿ ਸਸਤਾ ਮਸ਼ੀਨ ਨਾਲ ਬਣਿਆ ਹੋਇਆ ਥਰੈਡ ਜਿਹੜਾ ਸੀਗਾ ਉਹਨੇ ਕਾਫੀ ਨੁਕਸਾਨ ਕੀਤਾ ਸੀਗਾ ਹਿੰਦੁਸਤਾਨੀਆਂ ਦਾ, ਲੇਕਿਨ ਇਹਦੇ ਬਾਵਜੂਦ ਕੁਝ ਪ੍ਰੋਬਲਮਸ ਦੇ ਬਾਵਜੂਦ ਵੀਵਰਸ ਸਰਵਾਈਵ ਕਰਦੇ ਰਹੇ। 20th ਸੈਂਚਰੀ ਦੇ ਵਿੱਚ ਖੱਡੀਆਂ ਨਾਲ ਹੱਥ ਨਾਲ ਬਣਿਆ ਹੋਇਆ ਜਿਹੜਾ ਕੱਪੜਾ ਸੀਗਾ ਬਹੁਤ ਜ਼ਿਆਦਾ ਐਕਸਪੈਂਡ ਹੋਇਆ। ਕਹਿੰਦਾ ਆਲਮੋਸਟ ਟ੍ਰਿਪਲ ਹੋ ਗਿਆ ਸੀਗਾ 1900 ਤੋਂ ਲੈ ਕੇ 1940। ਇਹਨਾਂ 40 ਸਾਲਾਂ ਦੇ ਵਿੱਚ ਜਿਹੜੀ ਹੈਂਡ ਕਲੋਥ ਪ੍ਰੋਡਕਸ਼ਨ ਸੀਗੀ ਉਹ ਪਹਿਲਾਂ ਨਾਲੋਂ ਵੀ ਟ੍ਰਿਪਲ ਹੋ ਗਈ ਸੀਗੀ। ਹਾਊ ਡਿਡ ਦਿਸ ਹੈਪਨ? ਆਖਿਰ ਸਭ ਕੁਝ ਕਿਵੇਂ ਹੋਇਆ? ਸੋ ਇਹਦਾ ਕਾਰਨ ਦੱਸ ਰਿਹਾ। ਕਹਿੰਦਾ ਦਿਸ ਵਾਜ਼ ਪਾਰਟਲੀ ਬਿਕਾਜ਼ ਆਫ ਟੈਕਨੋਲੋਜੀਕਲ ਚੇਂਜਿਸ। ਕੁਛ ਨਵੀਂ ਟੈਕਨੋਲੋਜੀ ਆਈ ਸੀ ਉਹਦੇ ਕਾਰਨ ਹੀ ਹੋਇਆ ਸੀਗਾ। ਹੈਂਡੀਕ੍ਰਾਫਟ ਜਿਹੜੇ ਪੀਪਲ ਹੁੰਦੇ ਨੇ, ਹੱਥ ਨਾਲ ਚੀਜ਼ਾਂ ਬਣਾਉਣ ਵਾਲੇ ਜਿਹੜੇ ਲੋਕ ਹੁੰਦੇ ਨੇ, ਉਹ ਉਦੋਂ ਨਵੀਂ ਟੈਕਨੋਲੋਜੀ ਅਪਣਾਉਂਦੇ ਨੇ ਜਦੋਂ ਉਹਨਾਂ ਨੂੰ ਲੱਗਦਾ ਹੈ ਕਿ ਉਸ ਟੈਕਨੋਲੋਜੀ ਦੇ ਨਾਲ ਉਹਨਾਂ ਦੀ ਪ੍ਰੋਡਕਸ਼ਨ ਕਾਫੀ ਵੱਧ ਜਾਏਗੀ ਬਿਨਾਂ ਕੀਮਤ ਜ਼ਿਆਦਾ ਖਰਚੇ। ਸੋ ਕਹਿੰਦਾ ਕਿ 20th ਸੈਂਚਰੀ ਦੇ ਸੈਕੰਡ ਡੈਕਡ ਦੇ ਵਿੱਚ ਤਕਰੀਬਨ 1911 ਤੋਂ 1920 ਦੇ ਵਿਚਕਾਰ ਵੀ ਫਾਈਂਡ ਵੀਵਰਸ ਯੂਜ਼ਿੰਗ ਲੂਮਸ ਵਿਦ ਅ ਫਲਾਈ ਸ਼ਟਲ। ਉਸ ਟਾਈਮ 'ਤੇ ਹੱਥ ਨਾਲ ਕੱਪੜਾ ਬਣਾਉਣ ਵਾਲੇ ਵੀਵਰਸ ਨੇ ਹਿੰਦੁਸਤਾਨ ਦੇ ਵਿੱਚ ਖੱਡੀਆਂ ਦੇ ਉੱਪਰ ਇੱਕ ਫਲਾਈ ਸ਼ਟਲ ਨਾਮ ਦਾ ਅਪਲਾਇੰਸ ਲਗਾਉਣਾ ਸ਼ੁਰੂ ਕਰ ਦਿੱਤਾ ਸੀਗਾ। ਹੁਣ ਫਲਾਈ ਸ਼ਟਲ ਕੀ ਆ ਦੇਖ ਲੈਂਦੇ ਅਸੀਂ। ਫਲਾਈ ਸ਼ਟਲ ਕੀ ਹੈ? ਇਟ ਇਜ਼ ਅ ਮਕੈਨੀਕਲ ਡਿਵਾਈਸ ਯੂਜ਼ਡ ਫॉर ਵੀਵਿੰਗ। ਕੱਪੜਾ ਬਣਾਉਣ ਵਾਸਤੇ ਇੱਕ ਮਕੈਨੀਕਲ ਡਿਵਾਈਸ ਸੀਗਾ ਇਹ, ਮੂਵਡ ਬਾਏ ਮੀਨਸ ਆਫ ਰੋਪਸ ਐਂਡ ਪੁਲਿਸ। ਇਹਨੂੰ ਰੱਸੀਆਂ ਦੇ ਨਾਲ ਔਰ ਪੁਲਿਸ ਦੇ ਨਾਲ ਚਲਾਇਆ ਜਾਂਦਾ ਸੀਗਾ। ਇਟ ਪਲੇਸਿਸ ਦਾ ਹੌਰੀਜ਼ੋਨਟਲ ਥ੍ਰੈਡਸ ਇਨਟੂ ਦਾ ਵਰਟੀਕਲ ਥ੍ਰੈਡਸ। ਇਹ ਹੌਰੀਜ਼ੋਨਟਲ ਧਾਗੇ ਨੂੰ ਵਰਟੀਕਲ ਧਾਗੇ ਦੇ ਵਿੱਚ ਜਿਹੜਾ ਹੈ ਲਗਾ ਕੇ ਇੱਕ ਨੈਟਵਰਕ ਬਣਾ ਦਿੰਦਾ ਸੀਗਾ ਬੜੀ ਤੇਜ਼ੀ ਦੇ ਨਾਲ। ਦ ਇਨਵੈਂਸ਼ਨ ਆਫ ਦ ਫਲਾਈ ਸ਼ਟਲ ਮੇਡ ਇਟ ਪੋਸੀਬਲ ਫॉर ਵੀਵਰਸ ਟੂ ਆਪਰੇਟ ਲਾਰਜ ਲੂਮਸ ਐਂਡ ਵੀਵ ਵਾਈਡ ਪੀਸ ਆਫ ਕਲੋਥ। ਫਲਾਈ ਸ਼ਟਲ ਲਗਾ ਕੇ ਕੀ ਹੋਇਆ ਕਿ ਉਹਨਾਂ ਦੀ ਪ੍ਰੋਡਕਸ਼ਨ ਦੀ ਸਪੀਡ ਕਾਫੀ ਵੱਧ ਗਈ ਔਰ ਹੁਣ ਵੀਵਰਸ ਜਿਹੜੇ ਸੀਗੇ ਉਹ ਵੱਡੀਆਂ ਵੱਡੀਆਂ ਖੱਡੀਆਂ ਨੂੰ ਆਸਾਨੀ ਦੇ ਨਾਲ ਚਲਾ ਸਕਦੇ ਸੀਗੇ ਔਰ ਆਸਾਨੀ ਦੇ ਨਾਲ ਜਿਹੜਾ ਕਾਫੀ ਚੌੜਾਈ ਵਾਲਾ ਕੱਪੜਾ ਹੁਣ ਬਣਾ ਸਕਦੇ ਸੀਗੇ। ਸੋ ਦੱਸ ਰਿਹਾ ਹੈ ਕਿ ਫਲਾਈ ਸ਼ਟਲ ਦੇ ਨਾਲ ਕੀ ਹੋਇਆ, ਦਿਸ ਇਨਕਰੀਜ਼ਡ ਪ੍ਰੋਡਕਟਿਵਿਟੀ ਪਰ ਵਰਕਰ, ਸਪੀਡਡ ਅਪ ਪ੍ਰੋਡਕਸ਼ਨ ਐਂਡ ਰਿਡਿਊਸਡ ਲੇਬਰ ਡਿਮਾਂਡ। ਫਲਾਈ ਸ਼ਟਲ ਡਿਵਾਈਸ ਹੋਣ ਦੇ ਨਾਲ ਪਰ ਵਰਕਰ ਪ੍ਰੋਡਕਸ਼ਨ ਕਾਫੀ ਵੱਧ ਗਈ, ਪ੍ਰੋਡਕਸ਼ਨ ਤੇਜ਼ ਹੋਣ ਲੱਗ ਗਈ ਔਰ ਲੇਬਰ ਦੀ ਡਿਮਾਂਡ ਕਾਫੀ ਘਟ ਗਈ। ਜਿੱਥੇ ਜਿਹੜਾ ਹੈ ਪਹਿਲਾਂ ਕਾਫੀ ਜ਼ਿਆਦਾ ਵਰਕਰ ਲਗਾਉਣੇ ਪੈਂਦੇ ਸੀ ਲੂਮ ਨੂੰ ਚਲਾਉਣ ਲਈ, ਹੁਣ ਇੱਕ ਹੀ ਵਰਕਰ ਜਿਹੜਾ ਫਲਾਈ ਸ਼ਟਲ ਦੇ ਨਾਲ ਲੂਮ ਨੂੰ ਚਲਾ ਲੈਂਦਾ ਸੀਗਾ। ਬਾਈ 1941 over 35% of handlooms in India were fitted with fly shuttles।
और 1941 तक 35% तो भी ज़्यादा हैंडलूम के उपर फ्लाई शटल लगाया गया। इन रीजनस लाइक ट्रैवनकोर, मद्रास, मैसूर, कोचीन, बंगाल द प्रोपोर्शन वाज 70 to 80%। और इन्होंने वड्डे सिटीज़ ਦੇ ਵਿੱਚ 70 ਤੋਂ 80% ਜਿਹੜੀਆਂ ਲੂਮਸ ਸੀਗੀਆਂ, ਹੈਂਡਲੂਮ ਸੀਗੀਆਂ, ਉਹਨਾਂ ਦੇ ਉੱਪਰ ਫਲਾਈ ਸ਼ਟਲ ਲੱਗਾ ਸੀਗਾ। There were several other small innovations that helped weavers improve their productivity and compete with the mill sector। ਹੋਰ ਵੀ ਬਹੁਤ ਸਾਰੀਆਂ ਐਸੀਆਂ ਖੋਜਾਂ ਹੋਈਆਂ ਜਿਨ੍ਹਾਂ ਦੇ ਨਾਲ ਜਿਹੜਾ ਹੈ ਹੈਂਡਲੂਮ ਦੇ ਸੈਕਟਰ ਦੇ ਵਿੱਚ ਪ੍ਰੋਡਕਸ਼ਨ ਕਾਫੀ ਜ਼ਿਆਦਾ ਵੱਧ ਗਈ ਔਰ ਇਹਨਾਂ ਨੇ ਮਿਲਸ ਨੂੰ, ਫੈਕਟਰੀਜ਼ ਨੂੰ ਟੱਕਰ ਦੇਣੀ ਸ਼ੁਰੂ ਕਰ ਦਿੱਤੀ। ਫਿਗਰ ਨੰਬਰ 23 ਦੇਖ ਲਓ, ਹੈਂਡ ਵੋਵਨ ਕਲੋਥ ਹੈ। ਇਹਦੇ ਵਿੱਚ ਉਸ ਟਾਈਮ ਦਾ ਹੱਥ ਨਾਲ ਬਣਾਇਆ ਹੋਇਆ ਕੱਪੜਾ। ਸੋ ਦੇਖ ਸਕਦੇ ਹਾਂ ਕਿ ਇਹਦਾ ਡਿਜ਼ਾਈਨ ਇੰਨਾ ਵਧੀਆ ਹੈ ਕਿ ਇਹਨੂੰ ਕੋਈ ਮਸ਼ੀਨ ਕਾਪੀ ਨਹੀਂ ਸੀ ਕਰ ਸਕਦੀ ਆਸਾਨੀ ਦੇ ਨਾਲ। ਹਾਂਜੀ, ਹੁਣ ਨੈਕਸਟ ਪੈਰਾਗ੍ਰਾਫ ਅਸੀਂ ਗੱਲ ਕਰਾਂਗੇ ਕਿ ਵੀਵਰਸ ਵੀ ਦੋ ਤਰ੍ਹਾਂ ਦੇ ਸੀ, ਕੱਪੜਾ ਬਣਾਉਣ ਵਾਲੇ ਵੀ ਦੋ ਤਰ੍ਹਾਂ ਦੇ ਸੀਗੇ। ਇੱਕ ਤਾਂ ਉਹ ਵੀਵਰ ਸੀਗੇ ਜਿਹੜਾ ਕਿ ਵਧੀਆ ਕੱਪੜਾ ਬਣਾਉਂਦੇ ਸੀ, ਮਹਿੰਗਾ ਕੱਪੜਾ। ਇੱਕ ਵੀਵਰ ਉਹ ਸੀਗੇ ਗਰੀਬ ਜਿਹੜੇ ਕਿ ਹਲਕਾ ਕੱਪੜਾ ਬਣਾਉਂਦੇ ਸੀਗੇ। ਮਹਿੰਗਾ ਕੱਪੜਾ ਜਿਹੜਾ ਸੀਗਾ ਉਹ ਸਿਰਫ ਅਮੀਰ ਖਰੀਦਦੇ ਸੀਗੇ ਔਰ ਸਸਤਾ ਕੱਪੜਾ ਹਰ ਇੱਕ ਗਰੀਬ ਪਾਉਂਦਾ ਸੀਗਾ। ਸੋ ਦੇਖਦੇ ਹਾਂ ਕਿ ਦੋਨਾਂ ਦੇ ਹਾਲਾਤ ਦੇ ਵਿੱਚ ਕੀ ਡਿਫਰੈਂਸ ਹੈਗਾ ਸੀਗਾ ਜੋ ਹੱਥ ਨਾਲ ਕੱਪੜਾ ਬਣਾਉਣ ਵਾਲੇ ਹਿੰਦੁਸਤਾਨੀ ਵੀਵਰ ਸੀਗੇ। ਹਾਂਜੀ, ਕਹਿੰਦਾ ਕੁਝ ਗਰੁੱਪ ਆਫ ਵੀਵਰਸ ਐਸੇ ਸੀਗੇ ਜੋ ਕਿ ਬੈਟਰ ਪੋਜੀਸ਼ਨ ਦੇ ਵਿੱਚ ਸੀਗੇ, ਜਿਨ੍ਹਾਂ ਦਾ ਸਰਵਾਈਵ ਕਰਨਾ ਕਾਫੀ ਆਸਾਨ ਸੀਗਾ। ਦੇ ਵਰ ਇਨ ਬੈਟਰ ਪੋਜੀਸ਼ਨ ਦੈਨ ਅਦਰਸ ਟੂ ਸਰਵਾਈਵ ਦਾ ਕੰਪੀਟੀਸ਼ਨ ਵਿਦ ਮਿਲ ਇੰਡਸਟਰੀਜ਼। ਸੋ ਜਿਹੜੇ ਵਧੀਆ ਕੱਪੜਾ ਬਣਾਉਣ ਵਾਲੇ ਵੀਵਰ ਸੀਗੇ ਉਹਨਾਂ ਨੂੰ ਕੋਈ ਨੁਕਸਾਨ ਨਹੀਂ ਸੀ ਹੋ ਰਿਹਾ, ਚਾਹੇ ਉਹਨਾਂ ਨੂੰ ਕੰਪੀਟੀਸ਼ਨ ਮਿਲ ਰਿਹਾ ਸੀ ਫੈਕਟਰੀ ਇੰਡਸਟਰੀਜ਼ ਤੋਂ। ਅਮੰਗਸਟ ਵੀਵਰ ਸਮ ਪ੍ਰੋਡਿਊਸਡ ਕੋਰਸ ਕਲੋਥ ਵਾਈਲ ਅਦਰਸ ਵੋ ਫਾਈਨ ਵਰਾਇਟੀਜ਼। ਕੁਛ ਵੀਵਰ ਜਿਹੜੇ ਸੀਗੇ ਉਹ ਆਮ ਖੁਰਦਰਾ ਜਿਹਾ ਗਰੀਬਾਂ ਵਾਸਤੇ ਕੱਪੜਾ ਬਣਾਉਂਦੇ ਸੀਗੇ, ਕੁਛ ਜਿਹੜੇ ਸੀ ਬਹੁਤ ਹੀ ਮਹਿੰਗਾ ਕੱਪੜਾ ਬਣਾਉਂਦੇ ਸੀਗੇ। ਕੋਰਸਰ ਕਲੋਥ ਜਿਹੜਾ ਸੀਗਾ ਇਹਨੂੰ ਗਰੀਬ ਖਰੀਦਦੇ ਸੀਗੇ, ਘਟੀਆ ਕੱਪੜੇ ਨੂੰ ਗਰੀਬ ਖਰੀਦਦੇ ਸੀ, ਜਿਵੇਂ ਹੁਣ ਵੀ ਗਰੀਬ ਹੀ ਖਰੀਦਦੇ ਆ। ਐਂਡ ਇਟਸ ਡਿਮਾਂਡ ਫਲਕਚੁਏਟਡ ਵਾਇਲੈਂਟਲੀ। ਔਰ ਘਟੀਆ ਕੱਪੜੇ ਦੀ ਡਿਮਾਂਡ ਜਿਹੜੀ ਸੀਗੀ ਉਹ ਵੱਧਦੀ ਘਟਦੀ ਰਹਿੰਦੀ ਸੀਗੀ। ਕਿਵੇਂ? ਇਨ ਟਾਈਮਸ ਆਫ ਬੈਡ ਹਾਰਵੈਸਟ ਐਂਡ ਫੈਮਿਨਸ ਵੈਨ ਰੂਰਲ ਪੂਅਰ ਹੈਡ ਲਿਟਲ ਟੂ ਈਟ ਐਂਡ ਦੇਅਰ ਇਨਕਮ ਡਿਸਅਪੀਅਰਡ ਦੇ ਕੁਡ ਨਾਟ ਪੋਸੀਬਲੀ ਬਾਏ ਕਲੋਥ। ਜਦੋਂ ਫਸਲ ਖਰਾਬ ਹੋ ਗਈ, ਅਕਾਲ ਪੈ ਗਿਆ, ਗਰੀਬਾਂ ਕੋਲ ਕੁਝ ਖਾਣ ਨੂੰ ਨਹੀਂ ਸੀ ਹੁੰਦਾ, ਉਹਨਾਂ ਦੀ ਇਨਕਮ ਖਤਮ ਹੋ ਜਾਂਦੀ ਸੀ, ਤਾਂ ਉਹ ਕੱਪੜਾ ਕਿਉਂ ਖਰੀਦਣਗੇ? ਤਾਂ ਉਸ ਟਾਈਮ 'ਤੇ ਮਾੜੇ ਕੱਪੜੇ ਦੀ ਖਰੀਦ ਘਟ ਜਾਂਦੀ ਸੀ। ਡਿਮਾਂਡ ਫॉर ਫਾਈਨਰ ਵਰਾਇਟੀਜ਼ ਬੋਟ ਬਾਈ ਦਾ ਵੈਲ ਟੂ ਡੂ ਵਾਜ਼ ਮੋਰ ਸਟੇਬਲ। ਲੇਕਿਨ ਜਿਹੜਾ ਵਧੀਆ ਕੱਪੜਾ ਸੀਗਾ ਉਹਨੂੰ ਅਮੀਰ ਖਰੀਦਦੇ ਸੀਗੇ ਔਰ ਉਹਦੀ ਡਿਮਾਂਡ ਹਮੇਸ਼ਾ ਹੀ ਓਨੀ ਰਹਿੰਦੀ ਸੀਗੀ, ਚਾਹੇ ਕਿੰਨਾ ਵੀ ਮਾੜਾ ਟਾਈਮ ਆ ਜਾਏ। ਦ ਰਿਚ ਕੁਡ ਬਾਏ ਦੀਜ਼ ਈਵਨ ਵੈਨ ਦਾ ਪੂਅਰ ਸਟਾਰਵਡ। ਅਮੀਰ ਤਾਂ ਉਦੋਂ ਵੀ ਖਰੀਦ ਸਕਦਾ ਜਦੋਂ ਹਾਲਾਤ ਮਾੜੇ ਹੋਣ ਤੇ ਗਰੀਬ ਭੁੱਖਾ ਮਰ ਰਿਹਾ ਹੋਏ। ਫੈਮਿਨਸ ਡਿਡ ਨਾਟ ਅਫੈਕਟ ਦ ਸੇਲ ਆਫ ਬਨਾਰਸੀ ਔਰ ਬਲੂਚਰੀ ਸਾੜੀਜ਼। ਅਕਾਲ ਦਾ ਬਨਾਰਸੀ ਤੇ ਬਲੂਚਰੀ ਸਾੜੀ ਦੀ ਖਰੀਦ ਦੇ ਉੱਪਰ ਕੋਈ ਅਸਰ ਨਹੀਂ ਸੀ ਪੈਂਦਾ, ਕਿਉਂਕਿ ਇਹ ਅਮੀਰ ਲੋਕਾਂ ਦਾ ਕੱਪੜਾ ਸੀਗਾ। ਬਿਲਕੁਲ ਉਵੇਂ ਜਿਵੇਂ ਹੁਣ ਕਰੋਨਾ ਦੇ ਨਾਲ, ਮਹਾਂਮਾਰੀ ਦੇ ਨਾਲ ਜਿਹੜਾ ਹੈ ਕਾਫੀ ਬੁਰਾ ਹਾਲ ਹੋਇਆ ਸਾਰੇ ਦੇਸ਼ਾਂ ਦਾ, ਤਾਂ ਐਸੇ ਹਾਲਾਤ ਦੇ ਵਿੱਚ ਗਰੀਬ ਜਿਹੜਾ ਹੈ ਉਹਨੂੰ ਤਾਂ ਰੋਟੀ ਮਸਾਂ ਜੁੜੀ, ਉਹਨੇ ਕੱਪੜਾ ਕੀ ਖਰੀਦਣਾ ਸੀਗਾ। ਲੇਕਿਨ ਅਮੀਰ ਜਿਨ੍ਹਾਂ ਕੋਲ ਕਿ ਕਾਫੀ ਸਟਾਕਿੰਗ ਹੈ ਮਨੀ ਦੀ, ਉਹਨਾਂ ਦੀ ਕਾਫੀ ਸੇਵਿੰਗ ਹੈ, ਕਾਫੀ ਉਹਨਾਂ ਦੇ ਬਿਜ਼ਨਸ ਨੇ ਐਸੇ ਕਿ ਉਹਨਾਂ ਨੂੰ ਕੋਈ ਅਸਰ ਨਹੀਂ ਪਿਆ, ਤਾਂ ਉਹ ਐਸੇ ਜਿਹੜੇ ਹਾਲਾਤਾਂ ਦੇ ਵਿੱਚ ਵੀ ਡੈਫੀਨੇਟਲੀ ਮਹਿੰਗਾ ਕੱਪੜਾ ਖਰੀਦਦੇ ਰਹੇ ਹੋਣਗੇ। ਸੋ ਇਹ ਤੋਂ ਅਸੀਂ ਐਗਜ਼ਾਮਪਲ ਤੋਂ ਸਮਝ ਸਕਦੇ ਹਾਂ ਕਿ ਐਸੇ ਹੀ ਹਾਲਾਤ ਕੁਛ ਉਦੋਂ ਹੁੰਦੇ ਸੀਗੇ। ਮੋਰਓਵਰ ਐਜ਼ ਯੂ ਹੈਵ ਸੀਨ ਮਿਲਸ ਕੁਡ ਨਾਟ ਇਮੀਟੇਟ ਸਪੈਸ਼ਲਾਈਜ਼ਡ ਵੀਵਸ। ਸੋ ਅੱਗੇ ਉਹ ਗੱਲ ਕਰ ਰਿਹਾ ਹੈ ਕਿ ਜਿਹੜੀਆਂ ਮਿਲ ਸੀਗੀਆਂ, ਫੈਕਟਰੀਆਂ ਸੀਗੀਆਂ, ਉਹਨਾਂ ਦੇ ਵਿੱਚ ਮਸ਼ੀਨਾਂ ਨਾਲ ਕੱਪੜਾ ਬਣਦਾ ਸੀਗਾ, ਲੇਕਿਨ ਉਹ ਹਰ ਇੱਕ ਤਰ੍ਹਾਂ ਦਾ ਕੱਪੜਾ ਨਹੀਂ ਸੀ ਬਣਾ ਸਕਦੇ। ਜਿਵੇਂ ਕਿ ਖਾਸ ਡਿਜ਼ਾਈਨ ਹੱਥ ਨਾਲ ਬਣਦੇ ਆ, ਉਹ ਮਸ਼ੀਨਾਂ ਨਹੀਂ ਸੀ ਬਣਦੇ। ਬਾਰਡਰ ਵਾਲੀਆਂ ਸਾੜੀਆਂ, ਫੇਮਸ ਲੂੰਗੀਜ਼, ਫੇਮਸ ਰੁਮਾਲ ਮਦਰਾਸ 'ਤੇ, ਇਹੋ ਜਿਹੇ ਡਿਜ਼ਾਈਨ ਸੀਗੇ ਜਿਨ੍ਹਾਂ ਨੂੰ ਕਿ ਮਸ਼ੀਨਾਂ ਜਿਹੜੀਆਂ ਸੀਗੀਆਂ ਆਸਾਨੀ ਦੇ ਨਾਲ ਕਾਪੀ ਨਹੀਂ ਸੀ ਕਰ ਸਕਦੀਆਂ। ਵੀਵਰਸ ਐਂਡ ਅਦਰ ਕ੍ਰਾਫਟਸ ਪੀਪਲ ਹੂ ਕੰਟੀਨਿਊ ਟੂ ਐਕਸਪੈਂਡ ਪ੍ਰੋਡਕਸ਼ਨ ਥਰੂ ਦਾ 20th ਸੈਂਚੁਰੀ ਡਿਡ ਨਾਟ ਨੈਸੈਸਰੀਲੀ ਪ੍ਰੋਸਪਰ। ਲੇਕਿਨ ਇਸ ਸਭ ਦਾ ਮਤਲਬ ਇਹ ਨਹੀਂ ਹੈ ਕਿ ਜਿਹੜੇ ਵੀਵਰ ਸੀਗੇ ਉਹ ਬਹੁਤ ਹੀ ਤਰੱਕੀ ਕਰਦੇ ਰਹੇ, ਕਿਉਂਕਿ ਮਸ਼ੀਨਾਂ ਮਤਲਬ ਹੱਥ ਵਰਗਾ ਕੱਪੜਾ ਨਹੀਂ ਸੀ ਬਣਾ ਪਾਉਂਦੀਆਂ। ਦੇ ਲਿਵਡ ਹਾਰਡ ਲਾਈਵਸ ਐਂਡ ਵਰਕਡ ਲੌਂਗ ਆਵਰਸ। ਕੱਪੜਾ ਬਣਾਉਣ ਵਾਲੇ ਵੀਵਰਸ ਦੀ ਜ਼ਿੰਦਗੀ ਬੜੀ ਮੁਸ਼ਕਿਲ ਸੀ, ਕਈ ਲੰਬੇ ਟਾਈਮ ਜਿਹੜਾ ਹੈ ਉਹਨਾਂ ਨੂੰ ਸ਼ਿਫਟਾਂ ਦੇ ਵਿੱਚ ਕੰਮ ਕਰਨਾ ਪੈਂਦਾ ਸੀ, ਬਹੁਤ ਲੰਬਾ ਟਾਈਮ। ਵੈਰੀ ਆਫਨ ਦਾ ਐਂਟਾਇਰ ਹਾਊਸ ਹੋਲਡ ਇਨਕਲੂਡਿੰਗ ਦਾ ਵਿਮਨ ਐਂਡ ਚਿਲਡਰਨ ਹੈਡ ਟੂ ਵਰਕ ਐਟ ਵੇਰੀਅਸ ਸਟੇਜਿਸ ਆਫ ਦਾ ਪ੍ਰੋਡਕਸ਼ਨ ਪ੍ਰੋਸੈਸ। ਪੂਰੇ ਦਾ ਪੂਰਾ ਪਰਿਵਾਰ ਪ੍ਰੋਡਕਸ਼ਨ ਦੇ ਵਿੱਚ ਲੱਗਾ ਹੁੰਦਾ ਸੀਗਾ, ਕੋਈ ਧਾਗਾ ਬਣਾ ਰਿਹਾ ਹੈ, ਕੋਈ ਕੱਪੜਾ ਬਣਾ ਰਿਹਾ ਹੈ, ਕੋਈ ਡਾਈ ਕਰ ਰਿਹਾ, ਬਟ ਦੇ ਵਰ ਨਾਟ ਸਿੰਪਲੀ ਰੈਮਨੈਂਟਸ ਆਫ ਪਾਸਟ ਟਾਈਮਸ ਇਨ ਦ ਏਜ ਆਫ ਫੈਕਟਰੀਜ਼। ਦੇਅਰ ਲਾਈਫ ਐਂਡ ਲੇਬਰ ਵਾਜ਼ ਇੰਟੈਗਰਲ ਟੂ ਦਾ ਪ੍ਰੋਸੈਸ ਆਫ ਇੰਡਸਟਰੀਲਾਈਜੇਸ਼ਨ। ਚਾਹੇ ਇੰਡਸਟਰੀਲਾਈਜੇਸ਼ਨ ਹੋ ਗਿਆ ਸੀ, ਚਾਹੇ ਫੈਕਟਰੀਜ਼ ਆ ਗਈਆਂ ਸੀ, ਮਿਲਸ ਲੱਗ ਗਈਆਂ ਸੀ, ਮਸ਼ੀਨਸ ਲੱਗ ਗਈਆਂ ਸੀਗੀਆਂ, ਲੇਕਿਨ ਇਹਦੇ ਬਾਵਜੂਦ ਇਸ ਏਜ ਦੇ ਵਿੱਚ ਵੀ ਜਿਹੜੇ ਵੀਵਰ ਸੀਗੇ ਉਹ ਹੱਥ ਨਾਲ, ਹੈਂਡਲੂਮਸ ਦੇ ਨਾਲ ਕੱਪੜਾ ਬਣਾ ਰਹੇ ਸੀਗੇ ਔਰ ਮਾਰਕੀਟ ਦੇ ਵਿੱਚ ਵੇਚ ਰਹੇ ਸੀਗੇ।
ਇਸ ਮੈਪ ਦੇ ਵਿੱਚ ਲੋਕੇਸ਼ਨ ਆਫ ਲਾਰਜ ਸਕੇਲ ਇੰਡਸਟਰੀਜ਼ ਦਿਖਾਈ ਗਈ ਹੈ 1931 ਈਅਰ ਦੇ ਵਿੱਚ। ਜਿਹੜਾ ਸਭ ਤੋਂ ਵੱਡਾ, ਜਿੰਨਾ ਵੱਡਾ ਰਾਊਂਡ ਹੈ ਉੱਥੇ ਉਨੀ ਜ਼ਿਆਦਾ ਫੈਕਟਰੀ ਸੀਗੀ। ਬੰਗਾਲ ਸਭ ਤੋਂ ਵੱਡਾ ਇੰਡਸਟਰੀਅਲ ਸੈਂਟਰ ਜਿਵੇਂ ਦਿਖਾਇਆ ਹੈ, ਫਿਰ ਬੰਬੇ ਆ ਜਾਂਦਾ ਹੈ, ਫਿਰ ਛੋਟੇ ਜਿਵੇਂ ਮਦਰਾਸ ਹੈ, ਯੂਨਾਈਟਿਡ ਪ੍ਰੋਵਿੰਸ ਹੈ, ਬਿਹਾਰ ਹੈ, ਸੈਂਟਰਲ ਪ੍ਰੋਵਿੰਸਿਸ ਔਰ ਪੰਜਾਬ। ਸੋ ਦਿਖਾ ਰਿਹਾ ਹੈ ਕਿ ਲਾਰਜ ਸਕੇਲ ਇੰਡਸਟਰੀਜ਼ ਕਿੱਥੇ ਕਿੱਥੇ ਹੈਗੀਆਂ ਸੀਗੀਆਂ।